ਟੈਰਰਿਸਟ ਆਰਗੇਨਾਈਜੇਸ਼ਨ ਦੇ ਜਿਹੜੇ ਲੀਡਰ ਥੇ ਜਾਂ ਆਤੰਕਵਾਦੀ ਤੇ ਮੈਂ ਉਹਨਾਂ ਨਾਲ ਰਹਿ ਰਿਹਾ ਥਾ। ਤਾਂ ਉਸ ਟਾਈਮ ਜਦੋਂ ਮੈਨੂੰ ਉਹ ਜੁਆਇਨ ਕਰਾਣੇ ਦੀ ਗੱਲ ਕਰਦੇ ਤੇ ਸਿੰਘਾ ਪਿੰਡ ਪੈਂਦਾ, ਉਹਦੇ ਵਿੱਚ ਇੱਕ ਲੜਕਾ ਫੜਿਆ ਗਿਆ, ਉਹਦੇ ਨਾਲ ਹੋਰ ਵੀ 2-4 ਲੜਕੇ ਫੜੇ ਗਏ, ਜਿੰਦਾ ਬੰਬ ਵੀ ਮਿਲੇ। ਉਹ 2 ਸਾਲ ਰਹਿ ਕੇ ਉਹ ਆਤੰਕਵਾਦੀਆਂ ਤੋਂ ਪ੍ਰਭਾਵਿਤ ਹੋ ਗਏ। 2-4 ਦਿਨ ਪਹਿਲੇ ਕਰਨਾਲ ਦੇ ਵਿੱਚ RDX ਫੜਿਆ ਗਿਆ, ਉਹ ਵੀ ਜੇਲ੍ਹ ਤੋਂ ਹੀ ਲਿੰਕ ਹੋਏ, ਜੇਲ੍ਹ ਨਾਲ ਰਹੇ, ਜੇਲ੍ਹ ਤੋਂ ही लिंक बने उन्होंने आम कैदियों के टैरोरिस्टां नाल। नमस्कार, आप देख रहे हैं समाचार फर्स्ट और मैं हूं आपका दोस्त मृत्युंजय पुरी। आज एक बार फिर हम आपके पास एक बड़ी हस्ती को लेकर आए हैं। नाम है अमरीश राणा, जिसके साथ पहले भी हमने इंटरव्यू किया था और आपको बताया था किस तरह जो है वे अपराध की दुनिया से वापस जो है वे अब आम जिंदगी वे जी रहे हैं, हालांकि जेल में है, लेकिन अब जो है उनकी जो विचारधारा है उसमें बदलाव आया है। अमरीश राणा इस समय पेरोल पर आए हैं और पेरोल पर किस तरह जो है इस समय वे दिन काट रहे हैं वे उनसे जानेंगे। अमरीश जी, सबसे पहले स्वागत। नमस्कार जी। कई लोगों को ये भी दिक्कत थी कि मैं अमरीश जी क्यों बोलता हूँ, अमरीश जी, क्योंकि जो भी हमसे कोई बड़ा होगा तो उसे रिस्पेक्ट देना जो है वे हमारा फर्ज है, चाहे वे कोई भी हो। तो सबसे पहले कि अभी छुट्टी काट रहे हैं, किस तरह लग रहा है? ਬਹੁਤ ਵਧੀਆ, ਪਰਿਵਾਰ 'ਚ ਆ ਕੇ ਮਦਰ ਨਾਲ ਕੋਲ ਰਹਿ ਕੇ ਉਹਨਾਂ ਦੀ ਫੀਲਿੰਗ ਸਮਝ ਪਾਉਂਦਾ, ਆਪਣੀਆਂ ਭਾਵਨਾਵਾਂ ਸ਼ੇਅਰ ਕਰ ਪਾਉਂਦਾ, ਭੈਣਾਂ ਨੂੰ ਮਿਲਦਾ, ਬੱਚਿਆਂ ਨੂੰ, ਭਾਣਜੇ ਭਾਣਜੀਆਂ ਨੂੰ, ਭਤੀਜੀਆਂ ਨੂੰ, ਹੋਰ ਰਿਸ਼ਤੇਦਾਰ ਮਿਲਣ ਆਉਂਦੇ, ਬੜਾ ਅੱਛਾ ਲੱਗ ਰਿਹਾ, ਬਹੁਤ ਵਧੀਆ ਹੈ। क्योंकि जेल की ज़िंदगी जीते हुए 23 साल के करीब आपको हो गए हैं, तो अब छुट्टियां मिलना भी शुरू हो गई हैं, तो अब माता जी से मुलाकात हो रही होगी, तो किस तरह थी? ਬਹੁਤ ਵਧੀਆ, ਮਦਰ ਮੇਰੇ ਕਾਫੀ ਮਤਲਬ ਆਪਣੇ ਆਪ ਨੂੰ ਜਿੰਨਾ ਟਾਈਮ ਮੈਂ ਛੁੱਟੀ ਆਉਂਦਾ ਰਿਲੈਕਸ ਫੀਲ ਕਰਦੇ, ਫਿਰ ਥੋੜ੍ਹਾ ਜਿਹਾ ਜਦੋਂ ਵਾਪਸ ਜਾਂਦਾ ਉਸ ਟਾਈਮ ਵਾਪਸੀ 'ਤੇ ਥੋੜ੍ਹਾ ਇੱਦਾਂ ਦਾ ਮਾਹੌਲ ਹੋ ਜਾਂਦਾ ਜਿੱਦਾਂ ਉਹ ਲੜਕੀ ਕੋਈ ਵਿਦਾਈ ਵੇਲੇ ਹੁੰਦਾ, ਜਦੋਂ ਕਿਸੇ ਲੜਕੀ ਦੀ ਸ਼ਾਦੀ ਹੋਵੇ, ਵਿਦਾਈ ਦਾ ਮਾਹੌਲ ਹੁੰਦਾ, ਤਾਂ ਇਸ ਤਰ੍ਹਾਂ ਦਾ ਮਾਹੌਲ ਹੋ ਜਾਂਦਾ, ਬੜਾ ਗਮਗੀਨ ਜਿਹਾ, ਅਤੇ ਬੜਾ ਜਾਣਾ ਮੁਸ਼ਕਿਲ ਹੋ ਜਾਂਦਾ। ਮਾਤਾ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਉਸ ਟਾਈਮ, ਸਾਰਿਆਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ बड़ा दुख ਹੁੰਦਾ। तो जेल की ज़िंदगी के कुछ अगर राज आप हमारे सामने बताएं, क्योंकि पहले भी हमने आपका जब इंटरव्यू किया था कई बातें आपने सामने रखी थी, कई लोगों को पता है कि किस तरह जो है आप इस जो है वे लाइन में आ गए और उसकी वजह से अब आप जो भुगत रहे हैं, लेकिन ऐसे कई राज जो हैं वे आपके पास होंगे जो जेल में लगातार 23 साल आपको हो गए हैं, तो किस तरह जो है वे अनुभव रहा और क्या जो है देखने को मिला जेल के अंदर? ਅਸੀਂ ਕਿਤੇ ਵੀ ਰਹਿੰਦੇ ਹਾਂ ਤਾਂ ਛੋਟੀਆਂ-ਮੋਟੀਆਂ ਚੀਜ਼ਾਂ, ਘਟਨਾਵਾਂ ਘਟਿਤ ਹੁੰਦੀਆਂ ਰਹਿੰਦੀਆਂ, ਉਹਨਾਂ ਨੂੰ ਬੰਦਾ ਇਸ਼ੂ ਬਣਾਉਣਾ, ਮੇਰਾ ਖਿਆਲ, ਮੈਂ ਸਮਝਦਾ ਨਹੀਂ ਠੀਕ ਹੈ। ਬਹੁਤ ਵੱਡੀਆਂ ਘਟਨਾਵਾਂ ਐਸੀਆਂ ਹੈਗੀਆਂ ਜਿਹੜੀਆਂ ਅਗਰ ਮੈਂ ਬੋਲਣੇ ਲੱਗ ਗਿਆ ਤਾਂ ਮੇਰਾ ਖਿਆਲ ਉਹ ਇੰਟਰਵਿਊ 5-7-10 ਦਿਨ ਲਗਾਤਾਰ ਹੀ ਚੱਲਣਾ, ਕਿਉਂਕਿ 23 ਸਾਲ ਦੀਆਂ ਕਹਾਣੀਆਂ, ਉਹਦੇ 'ਚ ਆਪਣਾ ਐਕਸਪੀਰੀਅੰਸ ਜੇਲ੍ਹ ਦਾ ਸ਼ੇਅਰ ਕਰਨਾ, ਲੇਕਿਨ ਉਹਦੇ ਵਿੱਚ ਮੈਂ ਕੁਝ ਚੁਣਿੰਦਾ ਜਿਹੜੀਆਂ ਸਮਾਜ ਨੂੰ ਪ੍ਰਭਾਵਿਤ ਕਰ ਰਹੀਆਂ, ਦੇਸ਼ ਨੂੰ ਪ੍ਰਭਾਵਿਤ ਕਰ ਰਹੀਆਂ, ਯੂਥ ਨੂੰ ਪ੍ਰਭਾਵਿਤ ਕਰ ਰਹੀਆਂ, ਉਹ ਚੀਜ਼ ਮੈਂ ਇੱਕ ਅੱਧੀ ਸ਼ੇਅਰ ਜ਼ਰੂਰ ਕਰ ਲੂੰਗਾ। ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਇੰਟਰਵਿਊ 'ਚ ਦੱਸਿਆ ਵੀ ਮੈਂ अन्य ਰਾਜ ਦੀਆਂ ਜੇਲ੍ਹਾਂ 'ਚ ਵੀ ਰਿਹਾ, ਪੰਜਾਬ 'ਚ ਰਿਹਾ, ਤਿਹਾੜ ਰਿਹਾ, ਜਿੱਥੇ ਵੀ ਮੈਂ ਹੋਰ ਰਾਜ ਦੀਆਂ ਜੇਲ੍ਹਾਂ 'ਚ ਰਿਹਾ, ਮੈਨੂੰ ਬੜੇ ਟੈਰੋਰਿਸਟਾਂ ਨਾਲ ਰਹਿਣੇ ਦਾ ਮੌਕਾ ਮਿਲਿਆ। ਮਾਓਵਾਦੀ ਲੀਡਰ ਕਾਫੀ ਜਿਹੜੇ ਵੱਡੇ ਉਹਨਾਂ ਨਾਲ ਰਿਹਾ, ISI ਦੇ ਏਜੰਟ ਹੈ ਜਿਹੜੇ, ਉਹਨਾਂ ਨਾਲ ਰਿਹਾ, ਉਹਨਾਂ ਨਾਲ ਰਹਿਣੇ ਦਾ ਮੌਕਾ ਮਿਲਿਆ। ਮੌਕਾ ਇਸ ਤਰ੍ਹਾਂ ਮਿਲਿਆ ਕਿ A+ ਕੈਟਾਗਰੀ ਦੇ ਜਿੱਦਾਂ ਹਾਰਡਕੋਰ ਕ੍ਰਿਮੀਨਲ ਜਾਂ ਜ਼ਿਆਦਾ ਵੱਡੇ ਕ੍ਰਿਮੀਨਲ ਹੈ ਜਾਂ ਟੈਰੋਰਿਸਟ ਹੈ, ਉਹਨਾਂ ਦਾ ਇੱਕ ਅਲੱਗ ਬਲੋਕ ਹੁੰਦਾ ਦੂਸਰੀਆਂ ਸਟੇਟ ਦੀਆਂ ਜੇਲ੍ਹਾਂ 'ਚ। ਇਸੀ ਤਰ੍ਹਾਂ ਮਤਲਬ ਮੈਨੂੰ ਵੀ ਜਿੱਦਾਂ ਉਸੀ ਕੈਟਾਗਰੀ 'ਚ ਗਿਣਿਆ ਜਾਂਦਾ ਤਾ ਕਿ ਇਹ ਬੜਾ ਖਤਰਨਾਕ ਅਪਰਾਧੀ ਆ, ਤਾਂ ਮੈਨੂੰ ਵੀ ਉਹਨਾਂ ਦੇ ਨਾਲ ਹੀ ਰੱਖਿਆ ਜਾਂਦਾ ਤਾ। ਪਰ ਉਹਨਾਂ ਨਾਲ ਜਦੋਂ ਮੈਂ ਰਿਹਾ ਤਾਂ ਉਹਨਾਂ ਦੇ ਵਿਚਾਰਧਾਰਾ ਸੁਣਨੀ, ਲਿਟਰੇਚਰ ਵੀ ਉਹਨਾਂ ਦਾ ਪੜ੍ਹਨਾ, ਕਿਉਂਕਿ ਜਿਹੜਾ ਮਾਓਵਾਦੀਆਂ ਦਾ ਲਿਟਰੇਚਰ ਹੈ ਜਾਂ ਟੈਰਰਿਸਟ ਆਰਗੇਨਾਈਜੇਸ਼ਨਾਂ ਦਾ ਲਿਟਰੇਚਰ ਹੈ, ਉਹ ਜੇਲ੍ਹਾਂ ਦੇ ਵਿੱਚ ਬੜੇ ਆਰਾਮ ਨਾਲ ਉਪਲਬਧ ਹੋ ਜਾਂਦਾ। ਇਹ ਵੀ ਇਹਦੇ 'ਤੇ ਵੀ ਸਰਕਾਰਾਂ ਨੂੰ, ਜਾਂਚ ਏਜੰਸੀਆਂ ਨੂੰ ਨਜ਼ਰ ਰੱਖਣੀ ਚਾਹੀਦੀ। ਉਹ ਲਿਟਰੇਚਰ ਹੈ ਜਿਹੜਾ, ਉਹ ਜੇਲ੍ਹਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਔਰ ਉਹਨਾਂ ਕੈਦੀਆਂ ਦੀ, ਜਿਹੜੇ ਆਮ ਕੈਦੀ ਦੂਸਰੇ ਕੇਸਾਂ 'ਚ ਗਏ ਹੋਏ ਹੁੰਦੇ, ਉਹਨਾਂ ਦੀ ਮਨੋਸਥਿਤੀ ਬਦਲ ਜਾਂਦੀ। ਮੈਂ ਅੱਜ ਵੀ ਪ੍ਰਭਾਵਿਤ ਹਾਂ ਉਹਨਾਂ ਦੇ ਲਿਟਰੇਚਰ ਤੋਂ, ਪਰ ਉਹਨਾਂ ਦਾ ਜਿਹੜਾ ਤਰੀਕਾ ਹੈ ਆਪਣਾ ਲੜਾਈ ਲੜਨੇ ਦਾ, ਉਹ ਮਤਲਬ ਦੇਸ਼ ਦਰੋਹੀ, ਆਤੰਕਵਾਦੀ ਬਣ ਕੇ, ਉਹ ਤਰੀਕਾ ਮੈਨੂੰ ਮਤਲਬ ਮੈਂ ਉਸਨੂੰ ਅਡੋਪਟ ਨਹੀਂ ਕਰ ਸਕਦਾ ਤਾ। ਮੈਨੂੰ ਕਾਫੀ ਮਤਲਬ ਔਫਰ ਵੀ ਹੋਏ ਕਿ ਹਾਂ ਵੀ ਸਾਡੇ ਲਈ, ਜਿੱਦਾਂ ਜਦੋਂ ਉਹਨਾਂ ਨੇ ਮੇਰੀ ਕਹਾਣੀ ਸੁਣੀ ਵੀ ਮੇਰੀ ਪੂਰੇ ਸਿਸਟਮ ਨਾਲ ਲੜਾਈ ਹੈ, ਸਰਕਾਰਾਂ ਨਾਲ ਲੜਾਈ ਹੈ, ਵਿਵਸਥਾ ਨਾਲ ਲੜਾਈ ਹੈ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਠੀਕ ਹੈ ਅਮਰੀਸ਼, ਤੇਰੀ ਲੜਾਈ ਇਤਨੀ ਬੜੀ ਹੈ ਵੀ ਤੂੰ
ਸੰਗਠਨ ਨਾਲ ਰਹਿ ਕੇ ਹੀ ਲੜਾਈ ਲੜ ਸਕਦਾ, ਆਪਣੀ ਅਕੇਲੇ ਆਪਣੇ ਦਮ ਤੇ ਅਕੇਲੇ ਲੜਾਈ ਨਹੀਂ ਜਿੱਤਣ ਵਾਲੀ ਤੇਰੀ, ਤੂੰ ਸੰਗਠਨ ਨਾਲ, ਸਾਡੇ ਸੰਗਠਨਾਂ ਨੂੰ ਜੁਆਇਨ ਕਰ। ਅਲੱਗ-ਅਲੱਗ ਸੰਗਠਨ ਦੇ ਜਿਹੜੇ ਲੀਡਰ ਮਿਲੇ ਉਹਨਾਂ ਨੇ ਮੈਨੂੰ ਇਹ ਆਫਰ ਕੀਤੇ, ਚਾਹੇ ਉਹ ਮਾਓਵਾਦੀ ਥੇ, ਚਾਹੇ ਉਹ ਟੈਰਰਿਸਟ ਆਰਗੇਨਾਈਜੇਸ਼ਨਾਂ ਥੀਆਂ। ਮੇਰੇ ਮਨ 'ਚ ਜਿੱਦਾਂ ਦੇਸ਼ ਦੇ ਪ੍ਰਤੀ ਕੋਈ ਵੀ ਦੇਸ਼ ਭਗਤੀ ਦਾ ਮਤਲਬ ਜਜ਼ਬਾ ਇੰਨਾ ਹੈ, ਜਦੋਂ ਵੀ ਕੋਈ 26 ਜਨਵਰੀ 15 ਅਗਸਤ ਆਉਂਦੀ, ਦੇਸ਼ ਭਗਤੀ ਦੇ ਗੀਤ ਲੱਗੇ ਹੋਏ ਹੁੰਦੇ ਤਾਂ ਹਰ ਇਨਸਾਨ ਦੇ, ਹਰ ਹਿੰਦੁਸਤਾਨੀ ਦੇ ਰੋਂਗਟੇ ਖੜੇ ਹੋ ਜਾਂਦੇ। ਮੈਂ ਵੀ ਹਿੰਦੁਸਤਾਨੀ ਹਾਂ, ਮੇਰੇ ਅੰਦਰ ਵੀ ਦੇਸ਼ ਪਿਆਰ ਹੈ, ਸਾਡੇ ਵੀ ਰੋਂਗਟੇ ਖੜੇ ਹੁੰਦੇ ਆਪਣੇ ਦੇਸ਼ ਲਈ, ਮਰ ਮਿਟਣੇ ਲਈ ਅਸੀਂ ਵੀ ਤਿਆਰ ਹੈ। ਤਾਂ ਮੈਂ ਇਹੀ ਮੇਰੇ ਅੰਦਰ ਜੋ ਦੇਸ਼ ਭਗਤੀ ਦੀ ਭਾਵਨਾ ਸੀ, ਉਸ ਕਰਕੇ ਮੈਂ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਨਹੀਂ ਜੁੜਿਆ। ਔਰ ਤੁਹਾਨੂੰ ਕਿਤੇ ਜਾਣ ਦੀ ਵੀ ਗੱਲ ਕੀਤੀ ਗਈ ਸੀ, ਕਿੱਥੇ ਹਾਂ, ਜਾ ਮੈਂ ਬਿਲਕੁਲ ਜਦੋਂ ਮੈਂ ਉਹਨਾਂ ਨਾਲ ਟੈਰਰਿਸਟ ਆਰਗੇਨਾਈਜੇਸ਼ਨ ਦੇ ਜਿਹੜੇ ਲੀਡਰ ਥੇ ਜਾਂ ਅੰਤਕਵਾਦੀ ਥੇ, ਮੈਂ ਉਹਨਾਂ ਨਾਲ ਰਹਿ ਰਿਹਾ ਥਾ, ਤਾਂ ਉਸ ਟਾਈਮ ਜਦੋਂ ਮੈਨੂੰ ਉਹ ਜੁਆਇਨ ਕਰਾਣੇ ਦੀ ਗੱਲ ਕਰਦੇ ਤੇ, ਤਾਂ ਉਹਨਾਂ ਨੇ ਇੱਥੇ ਤੱਕ ਮੈਨੂੰ ਆਫਰ ਕਰੇ ਕਿ ਹਾਂ ਵੀ ਤੈਨੂੰ ਪਾਕਿਸਤਾਨ ਭੇਜਣਾ, ਤੈਨੂੰ ਅਸੀਂ ਕੋਡ ਦੇਣਾ, ਤੂੰ ਜਦੋਂ ਬਾਰਡਰ ਤੇ ਜਾਣਾ ਉਸ ਕੋਡ ਨੂੰ ਉੱਥੇ ਦੱਸਣਾ, ਸਾਡੇ ਜਿਹੜੇ ISI ਦੇ ਏਜੰਟ ਆ ਉਹ ਤੁਹਾਨੂੰ ਉੱਥੇ ਬਾਰਡਰ ਤੇ ਤੁਹਾਨੂੰ ਪਕੜ ਲੈਣਾ ਔਰ ਰੋਕ ਲੈਣਾ, ਫਿਰ ਉਹ ISI ਦੇ ਤੁਹਾਨੂੰ ਹੈਂਡ ਓਵਰ ਉਹਨਾਂ ਨੇ ਕਰ ਦੇਣਾ, ਤੁਹਾਨੂੰ ਕੈਂਪਾਂ 'ਚ ਪਹੁੰਚਾ ਦੇਣਾ, ਉੱਥੇ ਉੱਥੇ ਤੁਸੀਂ ਟ੍ਰੇਨਡ ਹੋ ਕੇ ਆਉਣਾ ਔਰ ਫੀਲਡ 'ਚ ਕੰਮ ਕਰਨਾ, ਔਰ ਆਪਣਾ ਤੁਸੀਂ ਤਾਂ ਹੀ ਸਰਕਾਰਾਂ ਨਾਲ ਲੜਾਈ ਲੜ ਸਕਦੇ। तो मेरा उन्होंने यही आंसर था भी मेरी इतनी बड़ी लड़ाई नहीं है, और मैं अपने आप ਨੂੰ ਨਹੀਂ, ਮੈਂ ਮਤਲਬ ਮੇਰੇ ਘਰ ਦੇ, ਮੇਰੇ ਰਿਸ਼ਤੇਦਾਰ ਇਸ ਚੀਜ਼ ਨੂੰ ਬਰਦਾਸ਼ਤ, ਕੋਈ ਵੀ, ਮੈਂ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਊਂਗਾ ਕਿ ਮੇਰੇ ਤੇ ਏਡਾ ਬੜਾ ਇੱਕ ਆਰੋਪ ਲੱਗ ਜੇ ਕਿ ਮੈਂ ਇੱਕ ਟੈਰਰਿਸਟ ਹੈ। ਤੋ ਮੈਂ ਉਹਨਾਂ ਚੀਜ਼ਾਂ ਤੋਂ ਬਚਿਆ। ਦੇਸ਼ ਪ੍ਰੇਮ ਕਹਿ ਲਓ, ਮੇਰੀਆਂ ਮਜਬੂਰੀਆਂ ਕਹਿ ਲਓ, ਮੇਰੀ ਸੋਚ ਕਹਿ ਲਓ। ਇਹਦੇ ਤੇ ਮੈਂ ਇੱਕ ਥੋੜ੍ਹਾ ਜਿਹਾ ਕਮੈਂਟ ਕਰਨਾ ਚਾਹੁੰਦਾ। ਹੁਣ ਇਹ ਪਿੱਛੇ ਉਹਨਾਂ ਦੇ ਵਿੱਚ ਸਿੰਘਾ ਪਿੰਡ ਪੈਂਦਾ, ਉਹਦੇ ਵਿੱਚ ਇੱਕ ਲੜਕਾ ਫੜਿਆ ਗਿਆ, ਉਹਦੇ ਨਾਲ ਹੋਰ ਵੀ 2-4 ਲੜਕੇ ਫੜੇ ਗਏ, ਜਿੰਦਾ ਬੰਬ ਵੀ ਮਿਲੇ। ਉਹ 2 ਸਾਲ ਰਹਿ ਕੇ ਉਹ ਅੰਤਕਵਾਦੀਆਂ ਤੋਂ ਪ੍ਰਭਾਵਿਤ ਹੋ ਗਏ। ਮੈਂ 23 ਸਾਲ ਤੋਂ ਜੇਲ੍ਹ ਕੱਟ ਰਿਹਾ, ਮੈਂ ਉਹਨਾਂ ਨਾਲ ਨਹੀਂ ਮਿਲਿਆ, ਜਦ ਕਿ ਮੇਰੇ ਜਿਹੜੇ ਉਹ 2 ਸਾਲ ਜੇਲ੍ਹ ਕੱਟ ਕੇ ਆਏ, ਉਹ ਇਤਨਾ ਉਹਨਾਂ 'ਚ ਜੋਸ਼ ਨਹੀਂ ਥਾ ਜਿਤਨਾ ਜੋਸ਼ ਅਸੀਂ ਆਪਣੇ ਟਾਈਮ 'ਚ ਜਦੋਂ ਚੜ੍ਹਦੀ ਉਮਰ ਤੀ, ਨਾ ਸਮਝੀ ਤੀ, ਜਿਤਨਾ ਜੋਸ਼ ਅਸੀਂ ਦਿਖਾਇਆ ਵਾ। ਸਰਕਾਰਾਂ ਨੂੰ ਪਤਾ, ਸਿਸਟਮ ਨੂੰ, ਜਨਤਾ ਨੂੰ ਪਤਾ, ਮੀਡੀਆ 'ਚ ਆਉਂਦਾ ਰਹਿੰਦਾ ਥਾ। ਤੋ ਉਸ ਨਜ਼ਰੀਏ ਨਾਲ ਸਾਨੂੰ ਅੰਤਕਵਾਦੀ ਬੜੇ ਮਤਲਬ ਦਿਲ ਤੋਂ ਚਾਹੁੰਦੇ ਤੇ ਕਿ ਸਾਡੀਆਂ ਆਰਗੇਨਾਈਜੇਸ਼ਨਾਂ ਨਾਲ ਜੁੜਨ, ਬੜੇ ਬੜੇ ਲਾਲਚ ਵੀ ਸਾਨੂੰ ਦਿੱਤੇ ਗਏ, ਲੇਕਿਨ ਅਸੀਂ ਨਹੀਂ ਜੁੜੇ। 2 ਸਾਲ ਦੇ ਵਿੱਚ ਉਹ ਬੰਦੇ ਜੁੜ ਗਏ ਟੈਰਰਿਸਟ ਆਰਗੇਨਾਈਜੇਸ਼ਨਾਂ ਨਾਲ। ਹੁਣ 2-4 ਦਿਨ ਪਹਿਲੇ ਕਰਨਾਲ ਦੇ ਵਿੱਚ RDX ਫੜਿਆ ਗਿਆ, ਉਹ ਵੀ ਜੇਲ੍ਹ ਤੋਂ ਹੀ ਲਿੰਕ ਹੋਏ, ਜੇਲ੍ਹ ਨਾਲ ਰਹੇ, ਜੇਲ੍ਹ ਤੋਂ ਹੀ ਲਿੰਕ ਬਣੇ ਉਹਨਾਂ ਆਮ ਕੈਦੀਆਂ ਦੇ ਟੈਰਰਿਸਟਾਂ ਨਾਲ। ਤੋ ਇਹ ਚੀਜ਼ ਹੈ ਕਿ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨਾਂ ਮਜ਼ਬੂਤ ਹੋ ਰਹੀਆਂ, ਜੇਲ੍ਹਾਂ 'ਚ ਬੈਠ ਕੇ ਉਹ ਦੂਜੇ ਕੈਦੀਆਂ ਨੂੰ ਆਪਣੇ ਨਾਲ ਜੋੜ ਲੈਂਦੇ, ਭਰਤੀ ਕਰ ਲੈਂਦੇ ਆਪਣੇ ਸੰਗਠਨਾਂ 'ਚ। ਇਹਦੇ ਉੱਤੇ ਦੇਸ਼ ਦੀਆਂ ਜਿਹੜੀਆਂ ਸਾਡੀਆਂ ਜਾਂਚ ਏਜੰਸੀਆਂ, ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ, ਕਿੱਦਾਂ ਜਿਹੜੇ ਸਿੰਪਲ ਕੈਦੀ ਹੈ ਜਾਂ ਵਿਵਸਥਾ ਨਾਲ ਉਹਨਾਂ ਦਾ ਕਿਤੇ ਰੋਸ਼ ਹੈ, ਜਿੱਦਾਂ ਮੈਨੂੰ ਮੇਰੇ ਦਿਲ 'ਚ ਸੀਗਾ ਆਪਣੇ ਵਿਵਸਥਾ ਦੇ ਪ੍ਰਤੀ, ਮੇਰੇ ਮਨ 'ਚ ਰੋਸ਼ ਥਾ। ਮੈਂ ਵੀ ਜਾ ਸਕਦਾ ਥਾ, ਪਰ ਲੇਕਿਨ ਮੈਂ ਰਸਤਾ ਉਹੀ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਅਗਰ ਕਾਨੂੰਨ ਤੋੜਨਾ ਵੀ ਪਿਆ ਤਾਂ ਮੈਂ ਆਪਣੇ ਦਮ ਤੇ ਤੋੜਨਾ। ਮੈਂ ਇੱਕ ਅੰਤਕਵਾਦੀ ਔਰ ਦੇਸ਼ ਦਰੋਹੀਆਂ ਦਾ ਸਾਥ ਲੈ ਕੇ ਨਹੀਂ ਕਾਨੂੰਨ ਤੋੜ ਕੇ ਚੱਲਣਾ। ਅਮਰੀਸ਼ ਖਾਨ ਨੂੰ ਇਤਨੀ ਸਾਲ ਹੋ ਗਏ ਹੁਣ ਜੇਲ੍ਹ 'ਚ ਰਹਿੰਦੇ, ਜਿਸ ਬਦਲੇ ਦੀ ਭਾਵਨਾ ਨਾਲ ਤੁਸੀਂ ਅੱਗੇ ਵਧੇ ਸੀਗੇ, ਜੀ ਜੀ। ਮਾਮਲੇ ਤੁਹਾਡੇ ਉੱਤੇ ਵੱਧਦੇ ਗਏ, ਤਾਂ ਹੁਣ ਵੀ ਉਹ ਬਦਲੇ ਦੀ ਭਾਵਨਾ ਤੁਹਾਡੇ ਵੱਲ? ਮੈਂ ਤੁਹਾਨੂੰ ਪਹਿਲੇ ਵੀ ਕਿਹਾ था ਵੀ ਜਦੋਂ ਮੈਂ ਯੋਗ ਨਾਲ ਜੁੜ ਗਿਆ, ਬਦਲੇ ਦੀ ਭਾਵਨਾ ਖਤਮ ਹੋ ਗਈ। ਬਦਲੇ ਦੀ ਭਾਵਨਾ ਖਤਮ ਕਾਫੀ ਹੱਦ ਤੱਕ, ਮਤਲਬ ਜਿਹੜੀ ਕਹਿ ਸਕਦੇ ਵੀ ਉਹ ਮੈਂ ਖਤਮ ਕਰ ਚੁੱਕਿਆ ਵਾਂ। ਕੱਲ ਨੂੰ ਅਗਰ ਰਿਹਾ ਹੋ ਜਾਂਦੇ, ਜੀ ਜੀ। ਕਿਤੇ ਨਾ ਕਿਤੇ ਮਤਲਬ ਦਿਲ 'ਚ ਇੱਕ ਵਾਰ ਰਹਿ ਜਾਂਦਾ ਕਿ ਨਹੀਂ, ਉਹਨੇ ਮੇਰੇ ਨਾਲ ਗਲਤ ਕੀਤਾ ਸੀਗਾ, ਜਾਂ ਉਸ ਬੰਦੇ ਨੇ ਮੇਰੇ ਨਾਲ ਜਿਹੜਾ ਹੈ ਗਲਤ ਕੀਤਾ, ਤੇ ਮੈਂ ਛੱਡੂਗਾ ਨਹੀਂ ਉਹਨੂੰ, ਕਦੇ ਨਾ ਕਦੇ ਦਿਮਾਗ 'ਚ ਕਿਤੇ ਜ਼ਰੂਰ ਆ ਜਾਂਦਾ। ਦੇਖੋ, ਇਹ ਚੀਜ਼ ਮੇਰੇ ਦਿਮਾਗ 'ਚ ਇਹ ਚੀਜ਼ਾਂ ਹੈਗੀਆਂ ਜੋ ਮੈਂ ਫੇਸ ਕਰਿਆ, ਮੇਰੀ ਫੈਮਿਲੀ ਨੇ ਫੇਸ ਕਰਿਆ। ਮੇਰੀ ਫੈਮਿਲੀ ਨੂੰ ਇਨਵੋਲਵ ਕਰ ਦਿੱਤਾ था ਕੇਸ 'ਚ, ਇੱਕ 161 ਦੇ ਬਿਆਨ ਲਿਖ ਕੇ IPC ਦੇ ਫੈਮਿਲੀ ਨੂੰ ਇਨਵੋਲਵ ਕਰਤਾ। ਮੇਰੇ ਨਾਲ ਬਿਲਕੁਲ ਨਜਾਇਜ਼ ਹੋਈ, ਫਿਰ ਝੂਠਾ ਕੇਸ ਪੈ ਗਿਆ, ਇੱਕ ਤਰਫਾ ਕੇਸ ਬਣਾਤਾ, ਉਹਦੇ ਵਿੱਚ ਕਿਆ ਕਿਆ ਕਾਰਨ ਰਹੇ, ਫਿਰ ਉਹ ਦੂਸਰੀਆਂ ਚੀਜ਼ਾਂ ਆ ਜਾਣੀਆਂ, ਰਾਜਨੀਤਿਕ ਗੱਲਾਂ, ਉਹ ਮੈਂ ਨਹੀਂ ਉਸ ਟੌਪਿਕ ਤੇ ਬੋਲਣਾ ਚਾਹੁੰਦਾ। ਜਦੋਂ ਉਹ ਚੀਜ਼ਾਂ ਹੋ ਗਈਆਂ, ਕਿੱਦਾਂ ਦੀ ਉਹ ਪ੍ਰਸਥਿਤੀਆਂ ਦੀਆਂ, ਕਿਆ ਕਮੀਆਂ ਥੀਆਂ ਵਿਵਸਥਾ ਦੀਆਂ, ਮੇਰੀਆਂ ਕਿਆ ਕਮੀਆਂ ਰਹਿ ਗਈਆਂ, ਉਹ ਸਾਰੀਆਂ ਤੇ ਮੈਂ ਕੈਲਕੂਲੇਸ਼ਨ ਕਰਦਾ। ਜਦੋਂ ਬਦਲੇ ਦੀ ਗੱਲ ਆਉਂਦੀ ਹੈ ਤਾਂ ਮੈਂ ਉੱਥੇ ਆ ਕੇ ਇਹ ਸੋਚਦਾ ਕਿ ਜਿਹੜੀਆਂ ਚੀਜ਼ਾਂ ਕਰਕੇ ਜਿਨ੍ਹਾਂ ਦਾ ਮੈਂ ਸ਼ਿਕਾਰ ਹੋਇਆ, ਚਾਹੇ ਉਹ ਮੇਰੀਆਂ ਕਮੀਆਂ ਥੀਆਂ, ਮੈਂ ਆਪਣੀਆਂ ਕਮੀਆਂ ਦਾ ਚਾਹੇ ਸ਼ਿਕਾਰ ਹੋਇਆ,
ਚਾਹੇ ਉਹ ਦੂਸਰਿਆਂ ਨੇ ਜਿਹੜੀਆਂ ਮੇਰੇ ਨਾਲ ਚਾਲਾਂ ਖੇਲੀਆਂ ਉਹਨਾਂ ਦਾ ਸ਼ਿਕਾਰ ਹੋਇਆ, ਜਿਹੜੀਆਂ ਵੀ ਮੈਂ ਚੀਜ਼ਾਂ ਦਾ ਸ਼ਿਕਾਰ ਹੋਇਆ ਉਹ ਮੈਂ ਸਮਾਜ ਚੋਂ ਦੂਰ ਕਰਨੀਆਂ। ਉਹੀ ਮੈਂ ਉਸ ਚੀਜ਼ ਨੂੰ ਆਪਣਾ ਬਦਲਾ ਸਮਝੂੰਗਾ ਵੀ ਬਹੁਤ ਚੀਜ਼ਾਂ ਨੂੰ ਮੈਂ, ਬਹੁਤ ਲੋਕਾਂ ਨੂੰ ਉਹਨਾਂ ਚੀਜ਼ਾਂ ਤੋਂ ਸ਼ਿਕਾਰ ਹੋਣੇ ਲਈ ਉਹਨਾਂ ਦੀ ਜ਼ਿੰਦਗੀ ਮੈਂ ਬਚਾ ਲੂੰਗਾ। ਉਹਨਾਂ ਨੂੰ ਉਸ ਜੋ ਮੇਰੇ ਘਰਦਿਆਂ ਨੇ ਫੇਸ ਕਰਿਆ, ਮੇਰੇ ਕਰਕੇ ਸਮਾਜ ਨੇ ਫੇਸ ਕਰਿਆ, ਜਾਂ ਮੇਰੇ ਕਰਕੇ ਜਿਹੜੇ ਮੇਰੇ ਤੋਂ ਪੀੜਿਤ ਥੇ ਉਹਨਾਂ ਨੇ ਫੇਸ ਕਰਿਆ, ਉਹ ਚੀਜ਼ਾਂ ਨੂੰ ਮੈਂ ਅਗਰ ਬਦਲਣੇ ਦੇ ਵਿੱਚ ਕਾਮਯਾਬ ਹੋ ਗਿਆ, ਰੋਕਣੇ ਦੇ ਵਿੱਚ ਕਾਮਯਾਬ ਹੋ ਗਿਆ, ਤਾਂ ਮੈਂ ਸਮਝੂੰਗਾ ਮੇਰਾ ਬਦਲਾ ਪੂਰਾ ਹੈ। ਬਦਲਾ ਇਸ ਤਰੀਕੇ ਨਾਲ ਲਵਾਂਗੇ, ਵਧੀਆ ਤਰੀਕੇ ਨਾਲ। ਅਮਰੀਸ਼ ਰਾਣਾ ਜਿਹੜੇ ਕੀ ਮੰਨਦੇ ਤੇ ਕਿੱਦਾਂ ਜਿਹੜੇ ਲੋਕਾਂ ਨਾਲ ਜਿਹੜਾ ਹੈ ਇਹ ਸੰਪਰਕ ਕਿੱਦਾਂ ਜਾਏਗਾ ਅਗਰ ਤੁਸੀਂ ਬਰੀ ਹੋ ਜਾਂਦੇ? ਮੈਂ ਰਾਜਨੀਤੀ ਤਾਂ ਤੁਹਾਨੂੰ ਪਹਿਲੇ ਦੱਸਿਆ ਵੀ ਮੈਂ ਰਾਜਨੀਤੀ ਤੋਂ ਬਿਲਕੁਲ ਦੂਰ ਰਹਿਣਾ ਚਾਹੁੰਦਾ। ਰਾਜਨੀਤੀ ਨਾਲ ਮੇਰਾ ਕੋਈ ਇੰਟਰਫੇਅਰ ਨਹੀਂ ਹੋਣਾ ਰਾਜਨੀਤੀ 'ਚ। ਮੈਂ ਐਨਜੀਓ ਦਾ ਆ ਕੇ ਸੋਚਿਆ ਵਾ, ਮੇਰਾ ਫਰੈਂਡ ਸਰਕਲ ਹੈ ਜੋ ਜਿਨ੍ਹਾਂ ਨਾਲ ਮੇਰੀ ਸੋਚ ਮਿਲਦੀ ਹੈ, ਜਿਹੜੇ ਮੇਰੀ ਮੇਰੀ ਜਿੱਦਾਂ ਦੇ ਮੇਰੇ ਵਿਚਾਰ ਹੈ, ਮੇਰੀ ਸੋਚ ਦੇ ਜਿਹੜੇ ਮੇਰੇ ਫਰੈਂਡ ਸਰਕਲ 'ਚ ਹੈ, ਦੋਸਤ ਬੜੇ ਪੜ੍ਹੇ ਲਿਖੇ ਵੀ ਹੈਗੇ, ਜਿਹੜੇ ਬੜੇ ਉੱਚ ਪਦਵੀਆਂ ਤੋਂ ਰਿਟਾਇਰਮੈਂਟ ਹੋ ਕੇ ਵੀ ਆਏ ਵੇ, ਕਾਫੀ ਏਜਡ ਹੈ, ਸਰਕਾਰੀ ਉਹਨਾਂ ਨੇ ਤੰਤਰ 'ਚ ਸਿਸਟਮ 'ਚ ਰਹਿ ਕੇ ਨੌਕਰੀਆਂ ਕਰੀਆਂ ਵੀਆਂ। ਉਹਨਾਂ ਨਾਲ ਮੈਂ ਪਲਾਨ ਕਰਿਆ ਵਾ, ਅਸੀਂ ਆ ਕੇ ਇੱਕ ਐਨਜੀਓ ਦਾ ਗਠਨ ਕਰਾਂਗੇ ਜਿਹੜੀ ਪ੍ਰਦੇਸ਼ ਦੇ ਵਿੱਚ ਕੰਮ ਕਰੇਗੀ, ਪ੍ਰਦੇਸ਼ ਦੇ ਨਾਲ ਨਾਲ ਹੋਰ ਸਟੇਟਾਂ 'ਚ ਔਰ ਦੇਸ਼ 'ਚ, ਪੂਰੇ ਦੇਸ਼ 'ਚ ਕੰਮ ਕਰੇਗੀ। ਉਸ ਐਨਜੀਓ ਦੇ ਥਰੂ ਅਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰਾ ਜੋ ਮਕਸਦ ਹੈ ਵੀ ਉਹ ਸਮਾਜ 'ਚੋਂ ਜਿਹੜੀਆਂ ਕੁਰੀਤੀਆਂ ਦੂਰ ਕਰਨੀਆਂ, ਤਾਂ ਉਹ ਐਨਜੀਓ ਦੇ ਥਰੂ ਕਰਾਂਗੇ, ਸਮਾਜ ਸੇਵਾ ਕਰਾਂਗੇ। ਜਿਹੜਾ ਤੁਹਾਡਾ ਨਾਂ ਇੱਕ ਕੁਖਿਆਤ ਦੇ ਤੌਰ ਪਰ ਦੇਖਿਆ ਗਿਆ, ਆਖਿਰ ਕਿੱਦਾਂ ਤੁਹਾਨੂੰ ਕੁਖਿਆਤ ਤੁਸੀਂ ਹੋਏ, ਜਾਂ ਤੁਹਾਡਾ ਨਾਂ ਜਿਹੜਾ ਹੈ ਕੁਖਿਆਤ ਦੇ ਨਾਲ ਜਿਹੜਾ ਹੈ ਜੋੜਿਆ ਜਾ ਰਿਹਾ? ਕੁਖਿਆਤ, ਮੈਂ ਹੁਣ ਤੁਹਾਨੂੰ ਇਹ ਥੋੜ੍ਹਾ ਬੁਰਾ ਲੱਗਣਾ ਕਿਉਂਕਿ ਇਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ। ਤੁਸੀਂ ਵੀ ਮੀਡੀਆ ਕਰਮੀ ਆ, ਸ਼ਾਇਦ ਤੁਸੀਂ ਇਹ ਦਿਖਾਣਾ ਜਾਂ ਨਹੀਂ ਦਿਖਾਣਾ ਮੈਨੂੰ ਪਤਾ ਨਹੀਂ, ਪਰ ਮੀਡੀਆ ਦਾ ਮੇਨ ਇਹਦੇ 'ਚ ਮੈਂ ਰੋਲ ਸਮਝਦਾ ਕਿ ਮੀਡੀਆ ਨੇ ਹਮੇਸ਼ਾ ਹੀ ਇੱਕ ਪਾਸੇ ਨੂੰ ਦਿਖਾਇਆ, ਮੇਰਾ ਪੱਖ ਨਹੀਂ ਸੁਣਿਆ। ਅਗਰ ਮੇਰਾ ਪੱਖ ਦਿਖਾਉਂਦੇ ਤਾਂ ਸ਼ਾਇਦ ਇਹ ਚੀਜ਼ਾਂ ਮੇਰੇ ਨਾਲ ਕੁਖਿਆਤ ਸ਼ਬਦ ਨਹੀਂ ਲੱਗਿਆ ਵਾ ਹੁੰਦਾ। ਇਹਦੇ ਪਿੱਛੇ ਕਾਰਨ ਸਭ ਤੋਂ ਜ਼ਿਆਦਾ ਇਹ ਰਿਹਾ ਕਿ ਜਿਹੜੀ ਮੇਰੀ, ਹੁਣ ਤੁਸੀਂ ਇਸ ਤੋਂ ਪਹਿਲੇ ਬਦਲੇ ਦੀ ਗੱਲ ਕਰੀ, ਬਦਲਾ ਮੇਰੇ ਅੰਦਰ ਬਹੁਤ ਬਦਲੇ ਦੀ ਭਾਵਨਾ ਇਤਨੀ ਥੀ, ਕੁੱਟ ਕੁੱਟ ਕੇ ਭਰੀ ਵੀ ਥੀ ਵੀ ਮਤਲਬ ਜਿਸ ਮੈਂ ਕਦੀ ਕਲਪਨਾ ਨਹੀਂ ਕਰੀ ਥੀ ਵੀ ਮੈਂ ਉਸ ਬਦਲੇ ਦੀ ਭਾਵਨਾ ਨੂੰ ਕਿਸ ਤਰ੍ਹਾਂ ਆਪਣਾ ਬਦਲ ਸਕਦਾ, ਵੀ ਬਦਲੇ ਲੈਣੇ ਦਾ ਤਰੀਕਾ ਜਿਹੜਾ ਹੈ ਮੇਰਾ, ਜਿੱਦਾਂ ਹੁਣ ਪਹਿਲਾਂ ਐਕਸਪਲੇਨ ਕਰਿਆ। ਉਸ ਟਾਈਮ ਜਦੋਂ ਮੇਰੇ ਫੈਮਿਲੀ ਮੈਂਬਰ ਇਨਵੋਲਵ ਕਰਤੇ, ਬਿਲਕੁਲ ਉਹਨਾਂ ਤੇ ਝੂਠਾ ਕੇਸ ਪਾਇਆ ਗਿਆ, ਬਿਲਕੁਲ ਜਿੱਦਾਂ ਤੁਹਾਨੂੰ ਦੱਸਿਆ ਵੀ ਉਹ ਰਾਜਨੀਤਿਕ ਜੋ ਵੀ ਕਾਰਨ ਰਹੇ, ਉਸ ਟਾਈਮ ਬਦਲੇ ਦੀ ਭਾਵਨਾ ਆ ਗਈ। ਇੱਕ ਐਸਪੀ ਸੀਗੇ ਧਰਮਪਾਲ ਸ਼ਰਮਾ ਜੀ, 99 ਦੇ ਵਿੱਚ 19 ਐਸਪੀ ਥੇ, ਜਿਨ੍ਹਾਂ ਨੂੰ ਮੈਂ ਜਾਨ ਤੋਂ ਖ਼ਤਮ ਕਰਨੇ ਦਾ ਪਲਾਨ ਕਰਿਆ ਵੀ ਇਹਨਾਂ ਨੇ ਮੇਰੀ ਫੈਮਿਲੀ ਨਾਲ ਬਿਲਕੁਲ ਗਲਤ ਕਰਿਆ, ਮੇਰੇ ਨਾਲ ਗਲਤ ਕਰਿਆ, ਇੱਕ ਤਰਫਾ ਕੇਸ ਬਣਾ ਦਿੱਤਾ। ਜਦ ਕਿ ਉਹ ਸਾਡਾ ਮੁਕਾਬਲਾ ਤਾਂ ਉਹ ਸਾਨੂੰ ਮਾਰਨ ਆਏ, ਅਸੀਂ ਆਪਣਾ ਡਿਫੈਂਸ ਕਰਿਆ। ਮੇਰੇ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਤਾਂ ਐਂਬੂਲੈਂਸ 'ਚ ਮੈਂ ਪੇਸ਼ੀ ਜਾਂਦਾ ਤਾਂ ਇੱਥੇ ਗੜਾਸੀ ਲੱਗੀ, ਹੋਰ ਨਾਲ ਦਿਆਂ ਦੇ ਵੀ ਇੰਜਰੀਆਂ ਆਈਆਂ। ਚਲੋ ਸਮੇਂ ਬੀਤ ਗਿਆ, ਮੈਨੂੰ ਕੋਈ ਅਫਸੋਸ ਨਹੀਂ ਹੈ ਕਿਉਂਕਿ ਗੁਜ਼ਰਿਆ ਵਕਤ ਵਾਪਸ ਨਹੀਂ ਆਉਣਾ। ਲੇਕਿਨ ਮੈਂ ਦੱਸਦਾ ਵੀ ਕਿੱਦਾਂ ਅਪਰਾਧ, ਕੁਖਿਆਤ ਅਪਰਾਧੀ ਦਾ ਨਾਮ ਕਿਉਂ ਮੈਨੂੰ ਦਿੱਤਾ ਗਿਆ। ਜਦੋਂ ਮੇਰੇ ਨਾਲ ਇੱਦਾਂ ਦਾ ਕੇਸ ਹੋ ਗਿਆ ਤਾਂ ਮੈਨੂੰ ਪੁਲਿਸ ਤੋਂ, ਖਾਕੀ ਵਰਦੀ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਵੀ ਸਿਸਟਮ, ਪੁਲਿਸ ਇਤਨਾ ਗਲਤ ਵੀ ਕਰ ਸਕਦੀ, ਮੈਂ ਕਲਪਨਾ ਵੀ ਨਹੀਂ ਕਰੀ ਤੀ। ਕਿਉਂਕਿ ਪੁਲਿਸ ਨੂੰ ਤਾਂ ਅਸੀਂ ਇੱਦਾਂ ਸੋਚਦੇ ਤੇ ਵੀ ਇਹ ਸਾਡੇ ਮਤਲਬ ਰਕਸ਼ਕ ਹੈ, ਇਹ ਸਾਨੂੰ ਹੀ ਨਹੀਂ ਮਤਲਬ ਸੁਰੱਖਿਅਤ ਮਹਿਸੂਸ ਕਰਦੇ ਤੇ। ਔਰ ਉਹਨਾਂ ਬੰਦਿਆਂ ਨੂੰ ਜਦੋਂ ਅਸੀਂ ਦੇਖਿਆ ਵੀ ਇਹਨਾਂ ਨੇ ਤਾਂ ਸਾਰਾ ਪਰਿਵਾਰ ਬਰਬਾਦ ਕਰਤਾ, ਇਤਨਾ ਝੂਠ, ਇਤਨਾ ਸਿਸਟਮ ਗਲਤ, ਵੀ ਐਸਪੀ ਇੱਕ ਵੱਡਾ ਅਫਸਰ ਜਿਹੜਾ ਜ਼ਿਲ੍ਹੇ ਦਾ ਮਾਲਕ, ਉਸਨੇ ਇੰਨਾ ਝੂਠਾ ਕੇਸ ਪਾਤਾ, ਉਹਨੂੰ ਮਾਰਨੇ ਦਾ ਪਲਾਨ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਜਦੋਂ ਮਾਰਨਾ ਤਾਂ ਮੈਂ ਫਰਾਰ ਹੋ ਗਿਆ ਜੇਲ੍ਹ ਤੋਂ। ਇਹ 2000 ਮੇਰਾ ਖਿਆਲ 3 ਦੀ ਗੱਲ ਹੈ। ਫਰਾਰ ਹੋ ਕੇ ਫਿਰ ਮੈਂ ਜਿੱਦਾਂ ਕਹਿੰਦੇ ਜਿੱਦਾਂ ਦੀ ਬੰਦੇ ਦੀ ਸੋਚ ਹੋਵੇ ਉੱਦਾਂ ਦੇ ਬੰਦੇ ਮਿਲ ਜਾਂਦੇ। ਇਸ ਤਰ੍ਹਾਂ ਮੇਰੇ ਲਿੰਕਸ ਹੋ ਗਏ ਫਰਾਰੀ ਦੇ ਵਿੱਚ, ਬੜੇ ਬੜੇ ਗੈਂਗਸਟਰਾਂ ਨਾਲ ਹੋ ਗਏ। ਮੈਂ ਉਹਨਾਂ ਨਾਲ ਆਪਣਾ ਮਕਸਦ ਸ਼ੇਅਰ ਕਰਿਆ, ਉਹਨਾਂ ਨਾਲ ਰਹਿ ਕੇ ਕੁਝ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ। ਜਦੋਂ ਮੈਂ ਮਕਸਦ ਸ਼ੇਅਰ ਕਰਿਆ, ਉਹਨਾਂ ਨੇ ਕਿਹਾ ਵੀ ਹਾਂ ਵੀ ਇਹ ਤਾਂ ਵੀ ਇੱਕ ਐਸਪੀ ਮਾਰਨਾ, ਵੀ ਮੇਰੇ ਲਈ ਬੜੇ ਵੱਡੇ ਵੱਡੇ ਵੈਪਨ ਚਾਹੀਦੇ, ਵੀ ਮੈਨੂੰ 47 ਚਾਹੀਦੀ, ਜਾਂ ਗ੍ਰਨੇਡ ਚਾਹੀਦੇ, ਪਿਸਟਲ ਚਾਹੀਦੇ, ਵੀ ਇੱਕ ਪੁਲਿਸ ਅਫਸਰ ਨੂੰ ਮਾਰਨ ਜਾਣਾ, ਜ਼ਿਲ੍ਹੇ ਦੇ ਮਾਲਕ ਨੂੰ, ਤਾਂ ਹਥਿਆਰ ਉਹ ਤੋਂ ਪੁਲਿਸ ਦੀ, ਐਸਪੀ ਦੀ ਸੁਰੱਖਿਆ ਬਹੁਤ ਜ਼ਿਆਦਾ ਹੁੰਦੀ। ਤਾਂ ਮੈਂ ਉਹ ਵੈਪਨ ਖਰੀਦਣੇ ਵਾਸਤੇ ਪੈਸੇ ਨਹੀਂ ਤੇ ਉਹ ਇਨਡਾਇਰੈਕਟਲੀ ਮੈਂ ਕਿਤੇ ਡਕੈਤੀਆਂ ਦੇ ਵਿੱਚ ਵੀ ਇਨਵੋਲਵ ਹੋ ਗਿਆ।
ਜਿੱਥੇ ਉਹ ਪੈਸਾ ਇਕੱਠਾ ਕਰਨੇ ਵਾਸਤੇ ਕਿ ਅਸੀਂ ਵੈਪਨ ਖਰੀਦਣੇ, 47 ਖਰੀਦਣੀਆਂ, ਗ੍ਰਨੇਡ ਖਰੀਦਣੇ, ਚਲੋ ਅਸੀਂ ਉੱਥੇ ਤੱਕ ਲਿੰਕ ਕਰੇ। ਬਾਕੀ ਉਹ ਬੰਦਾ ਸੋਚਦਾ ਹੈ ਕਰਨੇ ਕਰਾਣੇ ਵਾਲਾ ਪ੍ਰਮਾਤਮਾ ਹੈ। ਉਹ ਫਿਰ ਕਿਤੇ ਨਾ ਕਿਤੇ ਅਸੀਂ ਚਲੋ ਉਸ ਤੋਂ ਪਹਿਲੇ ਉਹ ਮਕਸਦ ਤੋਂ ਪਹਿਲੇ ਅਸੀਂ ਅਰੈਸਟ ਹੋ ਗਏ। ਜਦੋਂ ਮੈਂ ਫਰਾਰ ਹੋਇਆ ਉਸ ਟਾਈਮ ਵੀ ਐਸਪੀ ਸਾਹਿਬ ਨੂੰ ਪਤਾ ਤਾਂ ਮੈਂ ਉਹਨਾਂ ਨੂੰ ਫੇਸ ਟੂ ਫੇਸ ਧਮਕੀ ਦਿੱਤੀ ਵੀ ਜ਼ਿੰਦਗੀ 'ਚ ਮੇਰੀ ਔਕਾਤ ਹੋਈ ਤਾਂ ਉਸ ਐਸਪੀ ਸਾਹਿਬ ਨੂੰ ਉਸ टाइम मैं ये बोला था, मेरे बड़े रूल शब्द थे कि अगर मेरी ज़िंदगी में औकात होगी तो ज़रूर मारूंगा आपको। ਔਰ ਉਹਨਾਂ ਨੂੰ ਪਤਾ था कि ਹਾਂ ਧਮਕੀ ਦਿੱਤੀ ਵੀ ਆ, ਮੀਡੀਆ 'ਚ ਵੀ ਛਪਿਆ ਵਾ ਜਦੋਂ ਮੈਂ ਅਰੈਸਟ ਹੋਇਆ ਤਾਂ ਦਿੱਲੀ ਮੇਰੀ ਅਰੈਸਟਿੰਗ ਹੋਈ ਸੀ ਉਸ ਟਾਈਮ ਵੀ ਇਹ ਚੀਜ਼ ਸਾਹਮਣੇ ਆਈਆਂ ਥੀਆਂ। ਜਦੋਂ ਮੈਂ ਫਰਾਰ ਹੋਇਆ 8-9 ਉਹਨਾਂ ਨੂੰ ਪੁਲਿਸ ਉਹਨਾਂ ਨੇ ਆਪਣੀ ਸੁਰੱਖਿਆ 'ਚ ਕਰਮੀ ਹੋਰ ਤੈਨਾਤ ਕਰ ਦਿੱਤੇ। ਅਖਬਾਰਾਂ 'ਚ ਵੀ ਉਹਨੇ ਦਿੱਤਾ ਵੀ ਮੈਨੂੰ ਜਾਨ ਦਾ ਖਤਰਾ ਹੈ ਔਰ ਵੀ ਮੈਨੂੰ ਉਹਨੂੰ ਮਾਰਨੇ ਦੀ ਧਮਕੀ ਦਿੱਤੀ ਵੀ। ਅਖਬਾਰਾਂ 'ਚ ਉਹਨਾਂ ਨੇ ਇਹ ਲਿਖਿਆ ਕਿ ਹਾਂ ਵੀ ਮੈਂ ਉਹਦੇ ਨਾਲ ਸਖਤੀ ਕਰਦਾ ਤਾ ਤਾਂ ਉਹ ਮੈਨੂੰ ਮਾਰਨਾ ਚਾਹੁੰਦਾ ਤਾ। ਇੰਨਾ ਕੋਈ ਬੇਵਕੂਫ ਹੁੰਦਾ ਵੀ ਹਾਂ ਵੀ ਪੁਲਿਸ ਕੋਲ ਸਾਰੇ ਤਰ੍ਹਾਂ ਦੇ ਕਾਨੂੰਨ ਹੈ, ਹਥਿਆਰ ਹੈ, ਅਗਰ ਕੋਈ ਮੈਂ ਗਲਤ ਹੈ ਤਾਂ ਮੇਰੇ ਤੇ ਕੇਸ ਰਜਿਸਟਰਡ ਹੋ ਕੇ ਮੈਂ ਅੰਦਰ ਹੋਣਾ। ਜਦ ਮੈਨੂੰ ਪਤਾ ਮੇਰੀ ਫੈਮਿਲੀ ਤੇ ਉਹਨਾਂ ਨੂੰ ਪਤਾ ਵੀ ਹਾਂ ਵੀ ਉਹਨਾਂ ਨੇ ਗਲਤ ਕਰਿਆ ਵਾ, ਉਹਨਾਂ ਨੂੰ ਪਤਾ ਵੀ ਮੇਰੇ ਨੂੰ ਖਤਰਾ ਹੈ, ਤਾਂ ਹੀ ਉਹ ਖਤਰਾ ਮਹਿਸੂਸ ਕਰਦੇ ਤੇ। ਜੋ ਚੀਜ਼ਾਂ ਬੀਤ ਗਈਆਂ ਹੁਣ ਤਾਂ ਉਹ ਪਤਾ ਨਹੀਂ ਸ਼ਾਇਦ ਮਰ ਗਏ ਹੋਣ ਜਾਂ ਜਿੰਦਾ ਹੋਣ, ਕਦੀ ਮੈਂ ਉਸ ਚੀਜ਼ ਤੇ ਗੌਰ ਵੀ ਨਹੀਂ ਕਰਿਆ ਕਿਉਂਕਿ ਉਸ ਟਾਈਮ ਵੀ ਉਹਨਾਂ ਦੀ ਕਾਫੀ ਏਜ ਸੀ। ਪਤਾ ਨਹੀਂ ਹੁਣ ਇਸ ਟਾਈਮ ਕਿੱਥੇ ਆ, ਉਹ ਕਦੀ ਸੋਚਿਆ ਨਹੀਂ ਉਹਨਾਂ ਬਾਰੇ ਕਿਉਂਕਿ ਉਹ ਚੀਜ਼ਾਂ ਬੀਤ ਗਈਆਂ ਗੁਜ਼ਰ ਗਈਆਂ। ਤਾਂ ਥੋੜਾ ਜਿਹਾ ਇਹ ਹੈ ਵੀ ਹਾਂ ਵੀ ਇਦਾਂ ਦੇ ਅਗਰ ਉਸ ਕਰਕੇ ਮੈਂ ਕ੍ਰਾਈਮ ਮਤਲਬ ਦੇਖੋ ਨਾ ਕਿੰਨੇ ਕਰ ਦਿੱਤੇ, ਮੈਨੂੰ ਫਰਾਰ ਹੋਣਾ ਪਿਆ। ਫਰਾਰ ਹੋ ਕੇ ਮੈਂ ਵੈਪਨ ਖਰੀਦਣੇ ਲਈ ਅੱਗੇ ਹੋਰ ਕ੍ਰਾਈਮ ਕਰੇ, ਹਥਿਆਰਾਂ ਵਾਸਤੇ ਵੀ ਹਥਿਆਰ ਚਾਹਣ ਮੈਨੂੰ ਚਾਹੀਦੇ। ਉਸ ਤੋਂ ਬਾਅਦ ਹੋਰ ਮੈਂ ਮਤਲਬ ਪੁਲਿਸ ਤੋਂ ਨਫ਼ਰਤ ਹੋ ਗਈ, ਕ੍ਰਾਈਮ ਤੇ ਕ੍ਰਾਈਮ ਕਰੀਬ 50 ਤੋਂ ਉੱਪਰ ਮੈਂ ਮੁਕੱਦਮੇ ਭੁਗਤੇ ਇਸੀ ਚੱਕਰ ਦੇ ਵਿੱਚ ਵੀ ਆਪਣੇ ਬਦਲੇ ਦੀ ਭਾਵਨਾ 'ਚ। ਲੇਕਿਨ ठीक है वो परिस्थितियाँ वक़्त था ज़्यादा थोड़ा जिहा मैं क्योंकि पहले ही मैनूं लगदा मैं ज़्यादा बोल गया ਤੇ ਕਈਆਂ ਨੂੰ ਬੁਰੀ ਲੱਗਣੀ ਹੈ ਗੱਲ, ਲੇਕਿਨ ਉਹ ਉਸ ਵਕਤ ਦੀ ਸੋਚ ਸੀ। ਅੱਜ ਮੇਰੀ ਜੋ ਸੋਚ ਹੈ ਉਹ ਮੇਰੀ ਇਹੀ ਹੈ ਕਿ ਸਮਾਜ ਨੂੰ, ਆਪਣੇ ਆਪ ਨੂੰ, ਸਮਾਜ ਨੂੰ ਔਰ ਸਮਾਜ 'ਚ ਜਿਹੜਾ ਯੂਥ ਹੈ ਉਹਨੂੰ ਬਚਾਉਣਾ ਇਹਨਾਂ ਚੀਜ਼ਾਂ ਤੋਂ, ਉਹ ਇਹਨਾਂ ਚੀਜ਼ਾਂ ਦਾ ਸ਼ਿਕਾਰ ਨਾ ਹੋਣ। ਔਰ ਉਸ ਯੂਥ ਨੂੰ ਕਿੱਦਾਂ ਬਚਾਇਆ ਜਾ ਸਕਦਾ ਉਹਦੇ ਲਈ ਮੈਂ ਤੁਹਾਨੂੰ ਦੱਸਿਆ ਬਾਹਰ ਆ ਕੇ ਕੰਮ ਕਰਨਾ ਹੈ। ਔਰ ਥੋੜ੍ਹਾ ਜਿਹਾ ਜਿੱਦਾਂ ਹੁਣ ਮੈਂ ਪਹਿਲੇ ਤੁਹਾਨੂੰ ਬਾਹਰ ਆਉਣੇ ਦੀ ਗੱਲ ਫਿਰ ਦਿਮਾਗ 'ਚ ਆਈ, ਆਤੰਕਵਾਦੀਆਂ ਦੀ ਗੱਲ ਆਈ, ਮੈਂ ਪਹਿਲੇ ਦੱਸਿਆ ਵੀ ਜੁਆਇਨ ਕਰਾਉਣੇ ਵਾਸਤੇ ਕਿੱਦਾਂ ਕਿੱਦਾਂ ਉਹ ਪ੍ਰਯਾਸ ਕਰਦੇ ਰਹੇ, ਕਿੱਦਾਂ ਮੈਂ ਉਹਨਾਂ ਚੀਜ਼ਾਂ ਤੋਂ ਬਚਿਆ। ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਚੀਜ਼ ਜ਼ਰੂਰ ਸਵਾਲ ਖੜੇ ਹੁੰਦੇ ਵੀ ਜਿਹੜੇ ਦੇਸ਼ ਦਰੋਹੀ ਰਹੇ ਟੈਰੋਰਿਸਟ ਆਰਗੇਨਾਈਜੇਸ਼ਨਾਂ ਬੜੀਆਂ ਬੜੀਆਂ ਨਾਲ ਜੁੜੇ ਹੋਏ ਟੈਰੋਰਿਸਟ ਹੈ ਜਿਨ੍ਹਾਂ ਨੇ ਬੰਬ ਬਲਾਸਟ ਕਰੇ, ਆਮ ਜਨਤਾ ਉਡਾਤੀ, ਟ੍ਰੇਨਾਂ ਉਡਾਤੀਆਂ, ਸੀਐਮ ਮੁੱਖ ਮੰਤਰੀ ਮੌਜੂਦਾ ਮਾਰ ਦਿੱਤੇ, ਉਹਨਾਂ ਨੂੰ ਛੱਡਣੇ ਵਾਸਤੇ ਗੌਰਮੈਂਟਾਂ ਆਵਾਜ਼ ਉਠਾ ਰਹੀ, ਜਨਤਾ ਆਵਾਜ਼ ਉਠਾ ਰਹੀ, ਸਰਕਾਰਾਂ ਕਹਿ ਰਹੀਆਂ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇ, ਉਹਨਾਂ ਦੀ ਬਾਕੀ ਰਹਿੰਦੀ ਸਜ਼ਾ ਮਾਫ਼ ਕਰ ਦਿੱਤੀ ਜਾਵੇ ਕਿਉਂਕਿ ਉਹ ਇੰਟਰਨੈਸ਼ਨਲ ਟੈਰੋਰਿਸਟ ਆਰਗੇਨਾਈਜੇਸ਼ਨਾਂ ਹੈ। ਉਹਨਾਂ ਨੂੰ ਅਗਰ ਛੱਡਿਆ ਜਾਂਦਾ ਜਾਂ ਕੋਈ ਮਾਓਵਾਦੀ ਹੈ ਉਹਨਾਂ ਨੂੰ ਛੱਡਿਆ ਜਾਂਦਾ ਤਾਂ ਉਹ ਇੰਟਰਨੈਸ਼ਨਲ ਮੰਚ ਦੇ ਉੱਤੇ ਹਿੰਦੁਸਤਾਨ ਦੀਆਂ ਸਰਕਾਰਾਂ ਦੀ ਵਾਹਵਾਹੀ ਹੁੰਦੀ ਹੈ, ਹਿੰਦੁਸਤਾਨ ਦੀ ਤਾਰੀਫ ਹੁੰਦੀ ਕਿਉਂਕਿ ਉਹ ਇੰਟਰਨੈਸ਼ਨਲ ਨਿਊਜ਼ ਬਣਦੀ। ਅਗਰ ਕਿਸੇ ਮੇਰੇ ਵਰਗੇ ਅਪਰਾਧੀ ਨੂੰ ਛੱਡਿਆ ਜਾਵੇ ਤਾਂ ਉਹ ਮੇਰਾ ਖਿਆਲ ਸਟੇਟ ਤੱਕ ਨਿਊਜ਼ ਰਹਿ ਜਾਂਦੀ। ਮੈਂ ਪਹਿਲੀ ਗੱਲ ਡਿਸਟ੍ਰਿਕਟ ਤੱਕ ਰਹਿ ਜਾਂਦੀ, ਜ਼ਿਆਦਾ ਤੋਂ ਜ਼ਿਆਦਾ ਉਹ ਸਟੇਟ ਤੱਕ ਜਾਂਦੀ। ਉਹਦੇ 'ਚ ਗੌਰਮੈਂਟਾਂ ਨੂੰ ਫਾਇਦਾ ਨਹੀਂ ਮਿਲਦਾ। ਹੁਣ ਜਿਹੜੇ ਦੂਜੇ ਦੇਸ਼ਾਂ 'ਚ ਦਿਖਾਉਣਾ ਕਿ ਸਾਡੀਆਂ ਗੌਰਮੈਂਟਾਂ ਕਿੰਨੇ ਅੱਛੇ ਪਲਾਨ ਕਰਦੀਆਂ, ਮਾਓਵਾਦੀ ਜਿਹੜੇ 25-25 30-30 ਲੱਖ ਰੁਪਇਆ ਹੁੰਦਾ ਇਨਾਮ ਉਹ ਸਰੈਂਡਰ ਕਰਦੇ, ਉਹਨਾਂ ਦੇ ਸਰੈਂਡਰ ਕਰਨੇ ਤੇ ਉਹ ਇਨਾਮ ਦੀ ਰਾਸ਼ੀ ਉਹਨਾਂ ਨੂੰ ਦੇ ਕੇ ਦੁਬਾਰਾ ਉਹਨਾਂ ਨੂੰ ਵਸਾ ਦਿੱਤਾ ਜਾਂਦਾ, ਸਮਾਜ ਦੇ ਨਾਲ ਜੋੜ ਦਿੱਤਾ ਜਾਂਦਾ। ਅਗਰ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੇ ਸੰਗਠਨ ਤੋਂ ਖਤਰਾ ਹੈ ਵੀ ਇਹਨਾਂ ਨੇ ਸਰੈਂਡਰ ਕਰ ਦਿੱਤਾ ਤਾਂ ਉਹਨਾਂ ਨੂੰ ਦੂਜੀਆਂ ਹਿਮਾਚਲ ਦੇ ਵਿੱਚ ਕਈ ਐਸੇ ਟੈਰੋਰਿਸਟ ਹੈ ਜਿਹੜੇ ਮਾਓਵਾਦੀ ਹੋਣੇ, ਆਤੰਕਵਾਦੀ ਹੋਣੇ ਜਿਹੜੇ ਹਿਮਾਚਲ ਦੇ ਵਿੱਚ ਸੈਟਲ ਕਰ ਦਿੱਤੇ ਵੇ, ਚਾਹੇ ਉਹ JNK ਦੇ ਆ, ਚਾਹੇ ਉਹ ਮਨੀਪੁਰ ਦੇ ਹੋਣੇ, ਹਿਮਾਚਲ ਸਟੇਟ ਦੇ ਵਿੱਚ ਵੀ ਮਤਲਬ ਦੂਸਰੀਆਂ ਸਟੇਟਾਂ 'ਚ ਉਹਨਾਂ ਨੂੰ ਸੈਟਲ ਕਰ ਦਿੱਤਾ ਜਾਂਦਾ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਨਾਲ ਦੇ ਸੰਗਠਨ ਹੈ ਉਹਨਾਂ ਨੂੰ ਪਤਾ ਨਾ ਲੱਗੇ ਉਹ ਕਿਹੜੀ ਜਗ੍ਹਾ ਆਪਣਾ ਨਵਾਂ ਜੀਵਨ ਸ਼ੁਰੂ ਕਰਿਆ ਵਾ ਉਹਨਾਂ ਨੇ। ਤਾਂ ਉਹ ਚੀਜ਼ ਦਾ ਰੋਸ਼ ਮਨ ਦੇ ਵਿੱਚ ਆਉਂਦਾ ਵੀ ਐਡੇ ਐਡੇ ਟੈਰੋਰਿਸਟਾਂ ਨੂੰ ਸਰਕਾਰਾਂ ਛੱਡ ਦਿੰਦੀਆਂ ਜਿਨ੍ਹਾਂ ਨੇ ਬੰਬ ਬਲਾਸਟ ਕਰੇ ਹੁੰਦੇ, ਉਹਨਾਂ 'ਤੇ ਕੇਸ ਵੀ ਨਹੀਂ ਬਣਾਏ ਜਾਂਦੇ। ਇੱਕ ਸਾਡੇ ਵਰਗੇ ਜਿਹੜੇ ਕੈਦੀ ਹੈ ਉਹਨਾਂ ਬਾਰੇ ਸਰਕਾਰਾਂ ਸੋਚਦੀਆਂ ਨਹੀਂ ਤਾਂ ਕਿਤੇ ਨਾ ਕਿਤੇ ਮਨ 'ਚ ਆਮ ਕੈਦੀਆਂ ਦੇ ਆਉਂਦਾ ਵੀ ਯਾਰ ਇਹ ਸਾਡੇ ਨਾਲ ਤਾਂ ਆਤੰਕਵਾਦੀ ਕਰੇ ਹੈ, ਦੇਸ਼ ਦਰੋਹੀ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਇਨਾਮ ਦੀਆਂ ਰਾਸ਼ੀਆਂ ਵੀ ਮਿਲ ਰਹੀਆਂ, ਇਹਨਾਂ ਨੂੰ ਸਰਕਾਰੀ ਸੁਵਿਧਾਵਾਂ ਵੀ ਮਿਲ ਰਹੀਆਂ, ਇਹਨਾਂ ਨੂੰ ਦੁਬਾਰਾ ਸਮਾਜ 'ਚ ਜੀਣੇ ਦਾ ਮੌਕਾ ਵੀ ਮਿਲ ਰਿਹਾ ਔਰ ਇਹਨਾਂ ਨੂੰ ਸਾਰੇ ਜੈ ਜੈਕਾਰ ਵੀ ਇਹਨਾਂ ਦੀ ਹੋ ਰਹੀ। ਤਾਂ ਮਤਲਬ ਇੱਦਾਂ ਦੀ ਸੋਚ ਨਾ ਬਣੇ ਕੈਦੀਆਂ ਦੀ, ਬਾਕੀਆਂ ਦੀ। ਤਾਂ ਸਰਕਾਰ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੀ ਐਸੀ ਕੋਈ ਨੀਤੀ ਬਣਾਓ ਵੀ ਜਿਹੜੇ ਆਮ ਕੈਦੀ ਹੈ ਉਹਨਾਂ ਦੇ ਦਿਲ ਦੇ ਵਿੱਚ ਇਹ ਸਵਾਲ ਨਾ ਖੜੇ ਹੋਣ ਕਿ ਆਤੰਕਵਾਦੀ ਜਿਹੜੇ ਆ ਉਹ ਸਾਡੇ ਤੋਂ ਪਹਿਲੇ ਕਿਉਂ ਛੁੱਟ ਰਹੇ।
तो है ना जी? अमरीश राणा अगर जेल से बाहर आते हैं, जी, तो जी। क्या किस राजनीतिक पार्टी को जो है वो जॉइन करेंगे? ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਰਾਜਨੀਤੀ ਨੇ ਤਾਂ ਮੈਨੂੰ ਬਰਬਾਦ ਕਰਕੇ ਰੱਖ ਦਿੱਤਾ। ਮੇਰੀ ਬਰਬਾਦੀ ਦਾ ਕਾਰਨ ਹੀ ਰਾਜਨੀਤੀ ਰਹੀ। ਤੋ ਜਿਸ ਚੀਜ਼ ਨੇ ਮੈਨੂੰ ਪਹਿਲਾਂ ਬਰਬਾਦ ਕਰਤਾ, ਮੇਰਾ ਸਮਝ ਲਓ ਵੀ ਜਨਮ ਤਾਂ ਨਹੀਂ ਕਹਿ ਸਕਦਾ, ਜੀਵਨ ਦਾ ਇੱਕ ਜਿਹੜਾ ਅਹਿਮ ਜ਼ਿੰਦਗੀ ਦਾ ਹਿੱਸਾ ਹੁੰਦਾ ਗੋਲਡਨ ਪੀਰੀਅਡ, ਉਹ ਮੈਂ ਜੇਲ੍ਹ 'ਚ ਬਿਤਾਇਆ। ਤੋ ਮੈਂ ਰਾਜਨੀਤੀ ਦਾ ਤਾਂ ਦੂਰ-ਦੂਰ ਤੱਕ ਨਹੀਂ ਖ਼ਾਬ ਲੈਂਦਾ ਕਿ ਮੈਂ किसी राजनीतिक दल ਨਾਲ जुड़ूँगा। बहुत-बहुत धन्यवाद सर आपका। जी, जी, शुक्रिया जी। तो ये थे हमारे साथ अमरीश राणा, जिन्हें कुख्यात अपराधी के तौर पर जो है वे जाना जाता है, लेकिन अब इनकी ज़िंदगी में किस तरह का बदलाव है और किस तरह जो है वे ज़िंदगी जी रहे हैं, उन्होंने साफ तौर पर बताया। और ख़ास तौर पर जब जेल में जिस तरह की गतिविधियां जो हैं वे हो रही हैं, उसके बारे में भी इन्होंने बताया कि किस तरह टेररिस्ट जो हैं वे जेल में कैदियों के साथ संपर्क बनाकर जो है उन्हें आतंकवादी गतिविधियों में इन्वॉल्व कर रहे हैं। इस पर सरकार को जो है वे ध्यान देना चाहिए, जिस तरह की जानकारी जो है अमरीश राणा ने हमारे साथ यहाँ पर साझा की है। कैमरामैन अनुज के साथ मृत्युंजय पुरी, समाचार फर्स्ट।